ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾਂ ਰਾਖੈ ਕਵਨਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿਆ ਸਮਾਏ ਰਹਾਉ ਕਾਕੋ ਜਰੈ ਕਾਹੇ ਹੋਏ ਹਾਨ ਨਟ ਵਟ ਖੇਲੈ ਸਾਰੰਗ ਪਾਨ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਸ੍ਰੀ ਦਮਦਮਾ ਸਾਹਿਬ ਜੀ ਦੀ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਨਤਮਸਤਕ ਹੁੰਦਿਆਂ ਸੀਸ ਪਾਵਨ ਕੀਤੇ ਹਨ ਔਰ ਉੱਥੇ ਹੀ ਆਪ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਬਿਰਾਜ ਕੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਦਿਹਾੜੀ ਕਿਸੇ ਵੀ ਬਾਣੀ ਦਾ ਕੀਰਤਨ ਹੋ ਸਕਦਾ ਹੈ, ਪਰ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਦਾ ਹੀ ਵਿਧਾਨ ਹੈ। ਵਜ੍ਹਾ ਕਿਉਂਕਿ ਇਸ ਬਾਣੀ ਵਿੱਚ ਬਹੁਤ ਸਾਰੇ ਉਹ ਕੰਮ ਜਿਹੜੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇਨਸਾਨ ਭੁਲੇਖੇ ਦਾ ਸ਼ਿਕਾਰ ਹੋ ਕੇ ਕਰਦਾ ਹੈ, ਉਸ ਪਹਿਲੂ ਤੋਂ ਸਾਨੂੰ ਬਾਣੀਕਾਰ ਹਜ਼ੂਰ ਰੋਜ਼ਾਨਾ ਖਬਰਦਾਰ ਕਰਦੇ ਨੇ ਕਿ ਭਾਈ ਇਹ ਕੰਮ ਗੁਰਮਤਿ ਅਨੁਸਾਰ ਨਹੀਂ। ਸੋ ਆਸਾ ਕੀ ਵਾਰ ਦੇ ਕੀਰਤਨ ਨੂੰ ਵਿਧਾਨ ਬਣਾ ਦਿੱਤਾ ਕਿ ਇਸ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਹਰ ਗੁਰਦੁਆਰਾ ਸਾਹਿਬ ਵਿੱਚ ਹੋਵੇਗਾ। ਜਿੱਥੇ ਪ੍ਰਬੰਧਕ ਇਸ ਤਰ੍ਹਾਂ ਦਾ ਪ੍ਰਬੰਧ ਕਰ ਸਕਦੇ ਨੇ, ਉੱਥੇ ਜੇ ਕੀਰਤਨ ਅੰਮ੍ਰਿਤ ਵੇਲੇ ਹੋਵੇਗਾ ਤੇ ਉਹ ਆਸਾ ਕੀ ਵਾਰ ਦਾ ਹੋਵੇਗਾ। ਕਦੀ ਪਾਠ ਕਰੀਏ, ਅਰਥਾਂ ਸਮੇਤ ਸਮਝੀਏ
ਤੇ ਫਿਰ ਬਹੁਤ ਸਾਰੇ ਕਰਮ ਕਾਂਡ, ਫੋਕਟ ਕਰਮ ਉਹ ਹੱਥਾਂ ਵਿੱਚੋਂ ਡਿੱਗ ਪੈਂਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਰਸ ਕਰਕੇ ਸਾਡਾ ਮਾਰਗਦਰਸ਼ਨ ਕਰਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਭੂਲੇ ਮਾਰਗ ਜਿਨਹਿ ਦਿਖਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡਿਆਂ ਭਾਗਾਂ ਨਾਲ ਉਹ ਗੁਰੂ ਪ੍ਰਾਪਤ ਹੋਇਆ। ਉਂਝ ਸਾਰੀ ਹੀ ਬਾਣੀ ਸਤਿਕਾਰਯੋਗ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਪਰ ਫਿਰ ਕਿਤੇ ਕਿਤੇ ਪਿਆਰਿਓ ਕੁਝ ਬਾਣੀਆਂ ਨਿਤਨੇਮ ਦੀਆਂ ਵੇਤ ਕਰ ਦਿੱਤੀਆਂ, ਕੁਝ ਬਾਣੀਆਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਔਰ ਸੋਲਾ ਸਾਹਿਬ ਦੀ ਬਾਣੀ ਸੌਣ ਵੇਲੇ ਇਸ ਤਰ੍ਹਾਂ ਵਿਧਾਨ ਵਿਧੀ ਬਣਾ ਦਿੱਤੀ। ਸੋ ਵੱਡਿਆਂ ਭਾਗਾਂ ਵਾਲੀਆਂ ਰੂਹਾਂ ਨੇ ਗੁਰੂ ਚਰਨਾਂ ਵਿੱਚ ਬਰਾਜ ਕੇ ਅੰਮ੍ਰਿਤ ਕੀਰਤਨ ਦਾ ਆਨੰਦ ਲਿਆ ਹੈ। ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਸਾਰੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਜੋ ਨਿਰੰਤਰ ਜਾਰੀ ਹੈ, ਉਸ ਅਧੀਨ ਅਸੀਂ ਪਿਛਲੇ ਕਈ ਦਿਨਾਂ ਤੋਂ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਵਿਚਾਰ ਰਹੇ ਹਾਂ। ਅੱਜ ਵੀ ਹੁਣੇ ਆਪ ਜੀ ਨੇ ਜੋ ਦਾਸ ਪਾਸੋਂ ਪਵਿੱਤਰ ਬਚਨ ਸਰਵਣ ਕੀਤੇ ਹਨ, ਇਹ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਗੌੜੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 329 ਤੇ 33ਵਾਂ ਸ਼ਬਦ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਸਾਧ ਸੰਗਤ, ਇਸ ਤੋਂ ਪਹਿਲਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਇਸ ਸ਼ਬਦ ਦੀ ਵਿਚਾਰ ਰੱਖੇ। ਸਨਿਮਰ ਬੇਨਤੀ ਹੈ, ਆਪ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਆਸੀਸ ਦੇਣੀ, ਇਕਾਗਰਤਾ ਬਖਸ਼ਿਸ਼ ਕਰਨੀ, ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਪਾਵਨ ਸ਼ਬਦ ਨੂੰ ਵੱਧ ਤੋਂ ਵੱਧ ਸਮਝਣ ਦਾ ਯਤਨ ਕਰ ਸਕੀਏ। ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਬੇਨਤੀ ਪ੍ਰਵਾਨ ਕਰੋ ਤੇ ਇੱਕ ਵਾਰ ਪਿਆਰ ਨਾਲ ਉਚਾਰਨ ਕਰੋ ਅਤੇ ਆਖੋ ਜੀ, ਸਤਨਾਮ ਸ੍ਰੀ। ਫਿਰ ਕਿਰਪਾ ਕਰੋ ਤੇ ਆਖੋ ਜੀ, ਸਤਨਾਮ ਸ੍ਰੀ। ਅੱਜ ਦੇ ਪਵਿੱਤਰ ਬਚਨਾਂ ਦੀ ਪ੍ਰਾਰੰਭਤਾ ਗੌੜੀ ਕਬੀਰ ਜੀ ਹੇਠ ਲਿਖਿਆ ਸ਼ਬਦ ਗੌੜੀ ਰਾਗ ਅੰਦਰ ਕਬੀਰ ਸਾਹਿਬ ਨੇ ਉਚਾਰਨ ਕੀਤਾ ਹੈ। ਸ਼ੁਰੂਆਤੀ ਬੋਲ ਹਨ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਸਾਧ ਸੰਗਤ, ਪਾਵਕ ਕਹਿੰਦੇ ਅੱਗ ਨੂੰ, ਔਰ ਪਵਨ ਕਹਿੰਦੇ ਹਵਾ ਨੂੰ। ਅੱਗ ਬਿਲਕੁਲ ਥੋੜੀ ਬਲ ਰਹੀ ਹੋਵੇ ਤੇ ਹਵਾ ਬਹੁਤ ਜ਼ਿਆਦੀ ਆ ਜਾਏ ਤੇ ਬੁੱਝ ਜਾਂਦੀ ਏ, ਪਰ ਅੱਗ ਠੀਕ ਠੀਕ ਬਲ ਰਹੀ ਏ ਤੇ ਹਵਾ ਉਹਨੂੰ ਮਿਲੇ ਤੇ ਉਹ ਸਗੋਂ ਅੱਗ ਹੋਰ ਜ਼ਿਆਦੀ ਮੱਚਦੀ। ਇਹ ਅੱਗ ਦਾ ਤੇ ਵਾਯੂ ਦਾ ਰਿਸ਼ਤਾ ਹੈ। ਜੇ ਕਿਤੇ ਅੱਗ ਲੱਗ ਜਾਏ ਤੇ ਜਿਸ ਦਿਸ਼ਾ ਵੱਲ ਨੂੰ ਹਵਾ ਜਾ ਰਹੀ ਹੁੰਦੀ ਏ, ਅੱਗ ਵੀ ਉਸੇ ਦਿਸ਼ਾ ਵੱਲ ਨੂੰ ਫੈਲ ਜਾਂਦੀ ਹੈ। ਤੋ ਕਹਿੰਦੇ ਵੀ ਫਲਾਣਾ ਇਸ ਗੱਲ ਨੂੰ ਬੜੀ ਹਵਾ ਦੇ ਰਿਹਾ। ਅੱਗ ਨੂੰ ਹਵਾ ਮਿਲ ਜਾਏ ਤੇ ਉਹ ਹੋਰ ਜ਼ਿਆਦਾ ਬਹਿਕ ਜਾਂਦੀ ਹੈ।
ਹੁਣ ਕਬੀਰ ਸਾਹਿਬ ਮਹਾਰਾਜ ਦਾ ਇਹ ਪਵਿੱਤਰ ਸ਼ਬਦ ਹੈ, ਔਰ ਸੰਪਰਦਾਈ ਟੀਕੇ ਵਾਲਿਆਂ ਨੇ ਇਸ ਸ਼ਬਦ ਦੀ ਉਥਾਨਕਾ ਲਿਖੀ ਹੈ। ਆਪ ਜੀ ਦੇ ਗਿਆਤ ਲਈ ਅਰਜ਼ ਕਰਦਿਆਂ ਵੀ ਆਖਰ ਉਥਾਨਕਾ ਕੀ ਹੈ। ਕੁਝ ਸ਼ਬਦ ਹਿਸਟੋਰੀਕਲ ਹੁੰਦੇ ਨੇ, ਕੁਝ ਸ਼ਬਦ ਇਤਿਹਾਸਕ ਹੁੰਦੇ ਨੇ। ਜਿਵੇਂ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ, ਕਰਤਾ ਜਮ ਕਰ ਮੁਗਲ ਚੜਾਇਆ। ਤੋ ਇਸ ਤਰ੍ਹਾਂ ਉਹ ਸ਼ਬਦ ਐਮਨਾਬਾਦ ਦੀ ਧਰਤੀ ਤੇ ਬਾਬਰ ਦੇ ਹੱਲੇ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਉਚਾਰਨ ਕੀਤਾ ਸੀ। ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ। ਤੋ ਉਹਦੀ ਉਥਾਨਕਾ, ਉਹਨਾਂ ਨੂੰ ਅਸੀਂ ਇਤਿਹਾਸਕ ਸ਼ਬਦ ਕਹਿੰਦੇ ਆ। 4 ਸ਼ਬਦ ਨੇ, ਉਹਨਾਂ ਦਾ ਨਾਂ ਰੱਖਿਆ ਬਾਬਰ ਬਾਣੀ। ਬਾਣੀ ਤੇ ਗੁਰੂ ਨਾਨਕ ਦੀ ਹੈ, ਪਰ ਚੂੰਕਿ ਬਾਬਰ ਨਾਲ ਰਿਲੇਟਡ ਹੈ, ਲਿਹਾਜ਼ਾ ਬਾਬਰ ਬਾਣੀ ਕਰਕੇ ਉਹ 4 ਸ਼ਬਦ ਪ੍ਰਸਿੱਧ ਹੋ ਗਏ। ਇਸੇ ਤਰ੍ਹਾਂ ਜਿਹੜੇ ਸ਼ਬਦ ਦੀ ਅੱਜ ਟਰਮ ਹੈ ਵਿਚਾਰ ਦੀ, ਇਹ ਸ਼ਬਦ ਦੇ ਸੰਬੰਧ ਵਿੱਚ ਵੀ ਕੁਝ ਵਿਦਵਾਨਾਂ ਦਾ, ਸਾਰਿਆਂ ਦਾ ਨਹੀਂ, ਸੰਪਰਦਾਈ ਵਿਦਵਾਨ ਜਿਹੜੇ ਨੇ ਉਹਨਾਂ ਨੇ ਇਹਦੀ ਉਥਾਨਕਾ ਲਿਖੀ ਹੈ। ਬਈ ਕਬੀਰ ਸਾਹਿਬ ਦੇ ਹਕੂਮਤ ਬਰਖਲਾਫ ਸੀ, ਔਰ ਹਕੂਮਤ ਨੇ ਕਈ ਵਾਰ ਕਬੀਰ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ। ਉਹਨਾਂ ਨੂੰ ਵੱਖ-ਵੱਖ ਤਰੀਕੇ ਅਪਣਾ ਕੇ ਆਪਣੇ ਦਰਬਾਰ ਵਿੱਚ ਸੱਦ ਕੇ ਉਹਨਾਂ ਦੇ ਉੱਤੇ ਐਲੀਗੇਸ਼ਨ ਲਗਾ ਕੇ, ਫਤਵੇ ਲਗਾ ਕੇ। ਹੁਣ ਵੇਖੋ ਨਾ ਵੀ ਜਦੋਂ ਹਕੂਮਤ ਕਿਸੇ ਦੇ ਹੱਥ ਹੋਵੇ ਤੇ ਕਿਸੇ ਤੇ ਐਲੀਗੇਸ਼ਨ ਲਾਣਾ ਤੇ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੁੰਦਾ। ਸਾਡੇ ਇੱਥੇ ਤੇ ਆਮ ਤਾਕਤਵਰ ਬੰਦਿਆਂ ਦੇ ਮੂੰਹੋਂ ਮੈਂ ਸੁਣਿਆ ਹੈ ਵੀ ਕਮਜ਼ੋਰ ਬੰਦੇ ਨੂੰ ਜਦੋਂ ਦਬਕਾ ਮਾਰਦੇ ਨੇ ਤੇ ਕਹਿੰਦੇ ਨੇ ਵੀ ਬੰਦਾ ਬਣ ਜਾ, ਨਹੀਂ ਤੇ ਤੇਰੇ ਤੇ ਪਾ ਕੇ ਨਾ 5-7 ਕਿਲੋ ਭੁੱਕੀ ਤੇ ਤੈਨੂੰ ਪੱਕਾ ਹੀ ਅੰਦਰ ਭੇਜ ਦਿਆਂਗਾ, ਏਦਾਂ ਕਹਿੰਦੇ ਨੇ। ਤੋ ਇਹਦਾ ਮਤਲਬ ਵੀ ਇਹ ਕੇਸ ਬਹੁਤ ਸਾਰੇ ਫਰਾਡ ਵੀ ਹੁੰਦੇ ਨੇ, ਔਰ ਫਰਾਡ ਕੇਸਾਂ ਵਿੱਚ ਵੀ ਲੋਕ ਜੇਲ੍ਹਾਂ ਵਿੱਚ ਜਾਂਦੇ ਨੇ। ਹੁਣ ਤੇ ਸਾਡੀ ਨਿਆਂਪਾਲਿਕਾ ਵੀ ਭ੍ਰਸ਼ਟ ਹੋ ਗਈ ਹੈ। ਕਿਸ ਤਰ੍ਹਾਂ ਭ੍ਰਸ਼ਟ ਹੋ ਗਈ ਹੈ? ਕਿਉਂਕਿ ਕਈ ਜੱਜ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਚੱਲ ਰਹੇ, ਤੋ ਕੇਸ ਐਵੇਂ ਤੇ ਨਹੀਂ ਚੱਲਦੇ ਨਾ। ਤੋ ਖੈਰ, ਤਾਕਤਵਰ ਵਿਅਕਤੀ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਕਈ ਵਾਰਾਂ ਨਿਰਦੋਸ਼ ਲੋਕਾਂ ਨੂੰ ਵੀ ਸਜ਼ਾ ਦਵਾ ਦਿੰਦੇ ਨੇ। ਹੁਣ ਸਾਹਿਬਜ਼ਾਦਿਆਂ ਦੇ ਉੱਤੇ ਵੀ ਤੇ ਫਤਵਾ ਹੀ ਲੱਗਾ ਸੀ, ਉਹਨਾਂ ਦਾ ਦੋਸ਼ ਤੇ ਕੋਈ ਨਹੀਂ ਸੀ। ਤਤੀ ਤਵੀ ਤੇ ਬਿਠਾ ਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਏ, ਇਹ ਵੀ ਫਤਵਾ ਬਾਕਾਇਦਾ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਲੱਗਾ, ਪਰ ਕਸੂਰ ਤੇ ਗੁਰੂ ਅਰਜਨ ਸਾਹਿਬ ਦਾ ਕੋਈ ਨਹੀਂ ਸੀ। ਭਾਈ ਤਾਰੂ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ, ਕਿਤਨੇ ਗੁਰਸਿੱਖਾਂ ਦਾ ਜ਼ਿਕਰ ਕਰੀਏ ਜਿਨ੍ਹਾਂ ਨੇ ਸਾਧ ਸੰਗਤ, ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ। ਹੁਣ ਕਬੀਰ ਸਾਹਿਬ ਦੇ ਉੱਤੇ ਕੋਈ ਨਾ ਕੋਈ ਐਲੀਗੇਸ਼ਨ ਲਾ ਕੇ, ਕੋਈ ਨਾ ਕੋਈ ਦੋਸ਼ ਲਗਾ ਕੇ, ਉਹਨਾਂ ਨੂੰ ਕਈ ਵਾਰੀ ਫਤਵੇ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਵਾਰੀ ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਬਚਾਉਂਦੇ ਰਹੇ। ਹੁਣ ਵਿਰੋਧੀਆਂ ਨੇ ਕੀ ਕੀਤਾ ਵੀ ਇਹਨਾਂ ਨੂੰ ਬੜੇ ਅਸੀਂ ਤਸੀਹੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਮਰੇ ਨਹੀਂ। ਹੁਣ ਕੀ ਕਰੀਏ? ਬਈ ਇਹ ਕਬੀਰ ਸਧਾਰਨ ਜੀ ਝੁੱਗੀ ਵਿੱਚ ਰਹਿੰਦਾ, ਝੁੱਗੀ ਵਿੱਚ। ਇਹ ਮੈਂ ਉਥਾਨਕਾ ਦੀ ਗੱਲ ਕਰ ਰਿਹਾ। ਸੰਪਰਦਾਈ ਟੀਕੇ ਵਾਲਿਆਂ ਨੇ ਜਿਸ ਤਰ੍ਹਾਂ ਇਹ ਉਥਾਨਕਾ ਲਿਖੀ ਹੈ, ਉਹ ਕਹਿੰਦੇ ਨੇ ਵੀ ਛੱਪਰ ਕੱਖਾਂ ਦੀ ਕੁੱਲੀ ਜਿਹਦੇ ਵਿੱਚ ਨਿਵਾਸ ਕਰਦੇ ਨੇ, ਤੇ ਜਦੋਂ ਨਿਦਰਾਵਸ ਹੋਣ, ਸੁੱਤੇ ਹੋਣ, ਛੱਪਰ ਨੂੰ ਅੱਗ ਲਾ ਦਿਓ। ਹੁਣ ਕੱਖਾਂ ਨੂੰ ਤੇ ਅੱਗ ਬੜੀ ਛੇਤੀ ਲੱਗਦੀ ਹੈ, ਅੰਦਰ ਜਿਹੜੀ ਮੰਜੀ ਤੇ ਸੌਂਦੇ ਨੇ ਉਹ ਵੀ ਲੱਕੜ ਦੀ ਹੈ, ਵਾਹਨ ਨੂੰ ਵੀ ਅੱਗ ਲੱਗ ਜਾਣੀ ਹੈ, ਕੱਪੜੇ ਵੀ ਸੂਤੀ ਨੇ।
तो तमाम चीज़ां बड़ी छेती छेती सड़ जाणगियां, अग ला दिओ। और कहंदे ने भी सच्ची मुच्ची झोंपड़ी नूं, कखां दी कुल्ली नूं अग लगा दित्ती गई। जिस वेले अग दा भांबड़ मच गया ते कुछ हच्छे लोग भी हुंदे ने, उन्हां झुग्गी दे अंदर वड़ के आख्या, कबीर साहब तुसी नींद विच मस्त हो ते तुहाडी झोंपड़ी नूं, तुहाडी झुग्गी नूं ते विरोधियां ने अग ला दित्ती है, छेती बाहर निकलो नहीं ते तुसी अग विच सड़ मरोगे। संप्रदाई टीके वाले कहंदे ने भी उत्थे भगत कबीर साहब ने कहा सी, मित्रो अग भी वही है। एक कहन लगा हवा बड़ी वगदी है, अग दा भांबड़ होर उच्चा हो रहा ही। वो कहन लगा मित्रा अग भी वो है, हवा भी वही है। जे वो आप ही साड़न ते आ गया है तो मैं बच किवें सकना, ते जे उन्हें बचाना चाहया तो फिर मेरा वाल भी विंगा नहीं होना। ਇਹਨੂੰ लिखिया आपे पावक आपे पवना, जारे खसम ता राखे कवना। भाई अग भी वो है, हवा भी वो है। वो कहते ने मस्ती विच कबीर साहब महाराज ये बचन गा रहे सन। वो बड़ा डाढ़ा है, जे उन बचाना है तो मैनू बलदी अग चों भी बचा लेना। वेखो प्रहलाद की सकी भूआ होलका नूं ये वर सी भी जां तैनूं अग्नि साड़ नहीं सकेगी। बड़े तरीके हरनाक्ष ने अपने पुत्र प्रहलाद नूं मारन वास्ते आजमाए। ओड़क भूआ होलका अपने भरा हरनाक्ष नूं कहन लगी, वीर फिकर ना कर, मैनू वार है भी मैनू अग नहीं साड़ सकती। तू बड़ी वड्डी सारी अग होलका तो ही, ਉਹਦਾ ਨਾਂ ਹੋਲਕਾ ਸੀ, ਹੋਲਕਾ ਤੋਂ ਹੀ ਹੋਲੀ ਬਣੀ ਨਾ। ਉਹ ਅੱਗ ਬਾਲ ਕੇ ਵਿੱਚ ਫੁੱਲੀਆਂ ਪਾਉਂਦੇ, ਤਿਲਾਂ ਦੀਆਂ ਰਿਉੜੀਆਂ ਇਤਿਆਦਿਕ ਬਹੁਤ ਸਾਰੇ ਕੰਮ ਅਸੀਂ ਇਸ ਤਰ੍ਹਾਂ ਕਰਨੇ ਆ ਜਿਹਦੀ ਬੈਕਗ੍ਰਾਉਂਡ ਦਾ ਸਾਨੂੰ ਖੁਦ ਨੂੰ ਪਤਾ ਨਹੀਂ ਹੁੰਦਾ, ਔਰ ਨਿਰਾਰਥਕ ਕੰਮ ਹੁੰਦੇ ਨੇ, ਉਹਨਾਂ ਦੀ ਕੋਈ ਆਊਟਪੁੱਟ ਨਹੀਂ ਹੁੰਦੀ। ਮੈਂ ਅੱਗ ਦੇ ਭਾਂਬੜ ਵਿੱਚ ਝੋਲੀ 'ਚ ਲੈ ਕੇ ਆਪਣੇ ਭਤੀਜੇ ਪ੍ਰਹਿਲਾਦ ਨੂੰ ਬਹਿ ਜਾਾਂਗੀ, ਮੈਂ ਤੇ ਸੜਨਾ ਕੋਈ ਨਹੀਂ, ਇਹ ਸੜ ਮਰੇਗਾ। और मिथ कहती है भी जिन्हों वर प्राप्त सी, जिन्हों अहंकार सी, वो सड़ मरी ते प्रहलाद 12 वर्नी दे सोने वांगू शुद्ध होके बाहर निकल आया। परमात्मा ने रख लिया, बचा लिया। गुरु खिमा करना भगत कबीर साहब महाराज कह रहे ने, भाई अग भी वही है, वायु भी वही है, और आपे परमात्मा बचाएगा। एक बार ऐसा भी होया भी कबीर साहब नूं गिरफ्तार करके हुकूमत के सामने पेश किया। भाई कबीर तू बड़ियां ऊल जलूल गल्लां करना है, तू इस्लाम दे भी विरुद्ध बोलना है, तू हिंदुआं दे भी विरुद्ध बोलना है। जदों ब्राह्मण नूं कहंदे सन जो तू ब्राह्मण ब्राह्मणी जाया तो आन बाट काए नहीं आया, उन्हें भी कंप्लेंट की होगी, महाराज बड़ियां पुठियां गल्लां करदा है, की करदा? वो कहणगे दस्सण वालियां ही नहीं। हुण ये सच्चाई है भी कबीर साहब बचन ते इस तरह दे कर देंदे सन। क्यों? क्योंकि अंदर निर्भयता सी। सब तो वड्डा डर मनुख नूं मैं मर ना जा, ते जिहड़े मौत का भी डर दूर कर लैण फिर उन्हां नूं होर ते कोई डर रह ही नहीं जाता। तो कंप्लेंटां बहुत सन हुकूमत कोल, शिकायतां सन, बाकायदा सन। एक बारी ऐसा होया भी कबीर साहब नूं गिरफ्तार करके हुकूमत कोल पेश किया ते फतवा यह लगाया भी इनू, काजी कहन लगा भी इनू हाथी दे मूहरे सुट के ना, हाथी दे मूहरे ते महावत उस हाथी नूं इहदे उत्ते चाड़ के लताड़ के मारदा है। हुण उहदे उत्ते अमल किया जाना सी, हुक्म दे उत्ते उहनूं तामील करना सी। तो कबीर साहब अपनी बाणी च कहंदे ने भी एक चादर विछा दी जिवें बैड सीट हुंदी है। मैनू कहन लगे इहदे उत्ते लम्मा पै जा, लेट जा। मैं लेट गया। दो पहलवाना वर्गे बंदे आए, दो कन्नियां पकड़ के उन्हां उस चादर नूं उधर उधरी कस के
ਮੇਰੀ ਪੋਟਲੀ ਜੀ ਬਣਾ ਦਿੱਤੀ, ਮੇਰੇ ਸਰੀਰ ਨੂੰ ਉਹਦੇ ਵਿੱਚ ਇਕੱਠਾ ਜਿਹਾ ਕਰਕੇ ਢੇਮ ਜੀ ਬਣਾ ਦਿੱਤੀ, ਗੋਲ ਮਟੋਲ ਜਿਹਾ ਕਰ ਦਿੱਤਾ, ਔਰ ਦੋਵਾਂ ਨੇ ਇਸ ਤਰ੍ਹਾਂ ਪਕੜ ਕੇ ਇਸ ਤਰ੍ਹਾਂ ਥੋੜਾ ਜਿਹਾ ਹਲੂਣਾ ਦੇ ਕੇ ਦੂਰ ਸੁੱਟ ਦਿੱਤਾ। ਔਰ ਮੈਨੂੰ ਲੰਮੇ ਪਾਣ ਤੋਂ ਪਹਿਲਾਂ ਮੇਰੀਆਂ ਦੋਵੇਂ ਬਾਹਾਂ ਇਹਨਾਂ ਨੇ ਪਿੱਛੇ ਘੁੱਟ ਕੇ ਬੰਨ ਲਈਆਂ ਸਨ। ਪੂਜਾ ਬਾਂਧ ਪਿਲਾ ਕਰ ਡਾਰਿਓ, ਪਿਲਾ ਕਹਿੰਦੇ ਢੇਮ ਜੀ, ਗੋਲ ਮਟੋਲ ਜਿਹਾ। ਮੇਰੀਆਂ ਦੋਵੇਂ ਬਾਹਾਂ ਬੰਨ ਕੇ ਮੈਨੂੰ ਗੋਲ ਮਟੋਲ ਜਿਹਾ ਕਰਕੇ ਇਹਨਾਂ ਨੇ ਸੁੱਟ ਦਿੱਤਾ। ਔਰ ਹਸਤੀ ਕਰੋਪ ਮੂੰਡ ਮੈਂ ਮਾਰਿਓ, ਮਹਾਵਤ ਨੂੰ ਹੁਕਮ ਸੀ ਵੀ ਇਹਦੇ ਉੱਪਰ ਹਾਥੀ ਚਾੜ। ਉਹਨੇ ਗੁੱਸੇ ਨਾਲ ਹਾਥੀ ਦੇ ਸਿਰ ਦੇ ਵਿੱਚ ਅੰਕੁਸ਼ ਮਾਰਿਆ। ਸਾਧ ਸੰਗਤ, ਆਪ ਜੀ ਨੂੰ ਪਤਾ ਹੋਵੇ ਤੇ ਮੁਬਾਰਕ ਹੈ। ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ, ਸਿਰਫ 30 ਸੈਕਿੰਡ ਤੁਹਾਡੇ ਜ਼ਾਇਆ ਹੋਣਗੇ। ਹਾਥੀ ਦੇ ਸਿਰ ਵਿੱਚ ਇੱਕ ਸੈਂਸਿਟਿਵ ਪੁਆਇੰਟ ਹੁੰਦਾ ਹੈ, ਉੱਪਰ ਸਕਿਨ ਤੇ ਹੁੰਦੀ ਏ, ਥੱਲਿਓਂ ਖਾਲੀ ਹੁੰਦਾ ਹੈ, ਬੜਾ ਸੈਂਸਿਟਿਵ ਹੁੰਦਾ ਹੈ, ਸੰਵੇਦਨਸ਼ੀਲ ਹੁੰਦਾ ਹੈ। ਹਾਥੀ ਨੂੰ ਕਾਬੂ ਕਰਨ ਲਈ ਇੱਕ ਸਰੀਆ ਲੈ ਕੇ ਨਾ, ਸਰੀਆ ਉਹਨੂੰ ਲੁਹਾਰ ਕੋਲ ਜਾ ਕੇ ਗਰਮ ਕਰਕੇ ਅੱਗੋਂ ਕੁੱਟ ਕੇ ਉਹਨੂੰ ਬਿਲਕੁਲ ਤਿੱਖਾ ਕਰ ਦਿੰਦੇ ਨੇ, ਉੱਤੋਂ ਖੁੰਡੀ ਵਾਂਗੂ ਮੋੜ ਦਿੰਦੇ ਨੇ, ਔਰ ਫਿਰ ਮਹਾਵਤ ਉਹ ਲੈ ਕੇ ਉੱਤੇ ਚੜ ਕੇ ਬਹਿ ਜਾਂਦਾ ਹੈ। ਹਾਥੀ ਆਪ ਮੁਹਾਰਾ ਹੋਵੇ ਨਾ, ਆਪ ਮੁਹਾਰਾ ਗੱਲ ਨਾ ਮੰਨੇ, ਤੇ ਫਿਰ ਮਹਾਵਤ ਉਹ ਸੈਂਸਿਟਿਵ ਪੁਆਇੰਟ ਦੇ ਉੱਤੇ ਚੋਟ ਕਰਦਾ ਹੈ, ਫਿਰ ਉਹ ਸਰੈਂਡਰ ਕਰ ਦਿੰਦਾ ਹੈ। ਐਡੇ ਤਾਕਤਵਰ ਜਾਨਵਰ ਨੂੰ ਇਨਸਾਨ ਇਸੇ ਤਰ੍ਹਾਂ ਹੀ ਕਾਬੂ, ਉਹਦੀ ਕਮਜ਼ੋਰੀ ਲੱਭ ਕੇ ਉੱਥੇ ਚੋਟ ਕਰਦਾ ਹੈ। ਮਹਾਵਤ ਨੇ ਉੱਥੇ ਚੋਟ ਕੀਤੀ ਜਿੱਥੇ ਉਹਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ, ਬੜੀ ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ। ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, ਯਾ ਮੂਰਤ ਕੈ ਹਉ ਬਲਿਹਾਰੈ। ਹਾਥੀ ਭੱਜ ਕੇ ਚੀਸਾ ਮਾਰਦਾ ਹੈ ਤੇ ਮਾਨੋ ਕਹਿੰਦਾ ਹੈ ਵੀ ਮੈਂ ਤੇ ਇਸ ਕਬੀਰ ਦੀ ਮੂਰਤ ਤੋਂ ਸਦਕੇ ਆ ਭਾਈ, ਮੈਂ ਤੇ ਇਹਨੂੰ ਨਹੀਂ ਲਿਤਾੜਨਾ। ਫਿਰ ਕਬੀਰ ਸਾਹਿਬ ਅੱਗੇ ਕਹਿੰਦੇ ਨੇ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। हे ਮੇਰੇ ਠਾਕੁਰ, हे ਮੇਰੇ ਪ੍ਰਮਾਤਮਾ, ਸਾਨੂੰ ਗਰੀਬਾਂ ਨੂੰ ਤੇ ਤੇਰਾ ਤਾਨ ਹੈ। ਕਾਜੀ ਮਹਾਵਤ ਨੂੰ ਕਹਿੰਦਾ ਹੈ, ਤੂੰ ਹਾਥੀ ਨੂੰ ਪ੍ਰੇਰ ਕੇ ਕਬੀਰ ਦੇ ਉੱਤੇ ਚਾੜ। ਪਰ ਹਾਥੀ ਅੱਗੇ ਆਉਣ ਦੀ ਬਜਾਏ ਪਿੱਛੇ ਜਾਂਦਾ ਹੈ। ਫਿਰ ਗੁੱਸੇ ਨਾਲ ਕਾਜੀ ਮਹਾਵਤ ਨੂੰ ਕਹਿੰਦਾ ਹੈ, ਰੇ ਮਹਾਵਤ ਤੁਝ ਡਾਰੋਂ ਕਾਟ। ਹੁਣ ਵੇਖੋ, ਗੁਰਬਾਣੀ ਰੂਹਾਨੀਅਤ ਹੈ, ਪਰ ਸਾਧ ਸੰਗਤ ਤੁਸੀਂ ਕੌਮ ਦੇ ਵਾਰਿਸ ਹੋ, ਮੈਂ ਤੁਹਾਡਾ ਅਦਨਾ ਜਿਹਾ ਚੌਕੀਦਾਰ ਹਾਂ। ਕਿਤੇ ਕਿਤੇ ਇਤਿਹਾਸਕ ਘਟਨਾਕ੍ਰਮ ਵੀ ਗੁਰਬਾਣੀ ਵਿੱਚ ਦਰਜ ਨੇ। ਇਹ ਕਬੀਰ ਸਾਹਿਬ ਨਾਲ ਜੋ ਬੀਤਿਆ, ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ, ਭਾਈ ਮੇਰੇ ਨਾਲ ਏਦਾਂ ਵੀ ਹੋਇਆ। ਤੋ ਜਦੋਂ ਹਾਥੀ ਪਿੱਛੇ ਨੂੰ ਦੌੜੇ ਤੇ ਕਬੀਰ ਸਾਹਿਬ ਕਹਿੰਦੇ ਨੇ, ਫਿਰ ਕਾਜੀ ਬੜਾ ਗੁੱਸੇ ਵਿੱਚ ਆ ਕੇ ਮਹਾਵਤ ਨੂੰ ਡਾਂਟੇ ਵੀ ਤੇਰਾ ਕਾਬੂ ਨਹੀਂ ਹਾਥੀ ਦੇ ਉੱਤੇ, ਤੂੰ ਹਾਥੀ ਨੂੰ ਲਿਜਾਣਾ ਹੋਰ ਪਾਸੇ ਹੈ ਤੇ ਹਾਥੀ ਜਾਂਦਾ ਹੋਰ ਪਾਸੇ ਪਿਆ। ਮੈਂ ਤੇਰੇ ਟੋਟੇ ਟੋਟੇ ਕਰਵਾ ਦਿਆਂਗਾ। ਸਿਪਾਹੀਆਂ ਨੂੰ ਹੁਕਮ ਦੇ ਕੇ ਛੇਤੀ ਕਬੀਰ ਦੇ ਉੱਤੇ ਹਾਥੀ ਚਾੜ। ਰੇ ਮਹਾਵਤ ਤੁਝ ਡਾਰੋਂ ਕਾਟ, ਮੈਂ ਤੈਨੂੰ ਕੱਟ ਸੁੱਟਾਂਗਾ। ਇਸੇ ਤਰਾਵੋ ਘਾਲੋ ਸਾਟ, ਇਹਦੇ ਸੰਵੇਦਨਸ਼ੀਲ ਪੁਆਇੰਟ ਦੇ ਉੱਤੇ ਸੱਟ ਮਾਰ ਤੇ ਇਹਨੂੰ ਕਬੀਰ ਵੱਲ ਤੋਰ। ਹਸਨਾ ਤੋਰੈ ਧਰੈ ਧਿਆਨ, ਵਾਕੈ ਹਿਰਦੈ ਵਸੈ ਭਗਵਾਨ। ਹਾਥੀ ਤੁਰਦਾ ਨਹੀਂ, ਮਾਨੋ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਕੇ ਉਹਨੂੰ ਕਹਿ ਰਿਹਾ, ਹਾਥੀ ਕਬੀਰ ਨੂੰ ਨਾ ਲਤਾੜੀ। ਫਿਰ ਅਗਲੇ ਤੀਜੇ ਬੰਦ ਵਿੱਚ ਨਾ, ਸ਼ਬਦ ਦੇ 4 ਬੰਦ ਨੇ, 5ਵਾਂ ਰਹਾਉ ਵਾਲਾ ਹੈ। ਫਿਰ ਤੀਜੇ ਬੰਦ ਵਿੱਚ ਭਗਤ ਕਬੀਰ ਸਾਹਿਬ ਇੱਕ ਬਚਨ ਕਹਿੰਦੇ ਨੇ। ਕਈ ਸੱਜਣ ਇਹ ਵੀ ਕਹਿੰਦੇ ਨਾ ਬਈ ਸੰਤ ਸ਼ਬਦ ਗੁਰੂ ਵਾਸਤੇ ਆਇਆ ਹੈ, ਸੰਤ ਸ਼ਬਦ ਅਕਾਲ ਪੁਰਖ ਵਾਸਤੇ ਆਇਆ ਹੈ। ਨਹੀਂ, ਭਲੇ ਉਹ ਸੰਤ ਭਲੇ ਪੁਰਸ਼ਾਂ ਵਾਸਤੇ ਵੀ ਆਇਆ। ਆ ਦੇਖੋ ਹੁਣ ਉਹ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ।
ਤੀਜੇ ਬੰਦ ਦੇ ਆਰੰਭ ਚ ਕਹਿੰਦੇ ਨੇ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਮੈਂ ਸੰਤ ਕਬੀਰ ਨੇ ਕੀ ਗੁਨਾਹ ਕੀਤਾ ਹੈ? ਇਹੋ ਹੀ ਨਾ ਵੀ ਰੁੱਖਾ ਮਿੱਸਾ ਖਾ ਕੇ ਤੇਰਾ ਨਾਮ ਜਪਣਾ ਵਾ। ਇਹ ਖਾਮ ਖਾ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਮੈਨੂੰ ਪਰੇਸ਼ਾਨ ਕਰਦੇ ਨੇ। ਜਾਂ ਖੁਦਾ ਮੇਰੀ ਬੌੜੀ ਕਰ, ਮੇਰੀ ਸਹਾਇਤਾ ਕਰ, ਇਹਨਾਂ ਨੂੰ ਇਹਨਾਂ ਦੀ ਗਲਤੀ ਦਾ ਅਹਿਸਾਸ ਹੋਵੇ। ਮੈਂ ਤੇ ਕੋਈ ਗੁਨਾਹ ਕੀਤਾ ਨਹੀਂ, ਮੈਂ ਤੇ ਰੁੱਖਾ ਮਿੱਸਾ ਖਾ ਕੇ ਜਿੰਨਾ ਕੁ ਜਪਿਆ ਜਾਂਦਾ ਜਪਣਾ ਵਾ, ਪਰ ਇਹ ਲੋਕ ਵਾਰ-ਵਾਰ ਮੈਨੂੰ ਗ੍ਰਿਫਤਾਰ ਕਰਕੇ ਮੈਨੂੰ ਪਰੇਸ਼ਾਨ ਕਰਦੇ ਨੇ। ਕਿਉਂ ਕਰਦੇ ਨੇ? ਫਿਰ ਉਹ ਕਹਿੰਦੇ ਨੇ, ਕਿਆ ਅਪਰਾਧ ਸੰਤ ਹੈ ਕੀਨਾ। ਮੈਂ ਸੰਤ ਕਬੀਰ ਨੇ ਕੀ ਗੁਨਾਹ ਕੀਤਾ ਹੈ? ਬਾਂਧ ਪੋਟ ਕੁੰਚਰ ਕੋ ਦੀਨਾ। ਮੇਰੀ ਪੋਟਲੀ ਜੀ ਬਣਾ ਕੇ ਮੈਨੂੰ ਕੁੰਚਰ ਅੱਗੇ, ਹਾਥੀ ਅੱਗੇ ਸੁੱਟ ਦਿੱਤਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰ, ਬੁੱਝੀ ਨਾਹੀ ਕਾਜੀ ਅੰਧਿਆਰ। ਹਾਥੀ ਵਾਰ-ਵਾਰ ਮੇਰੇ ਸਰੀਰ ਰੂਪੀ ਪੋਟ ਨੂੰ ਮੱਥਾ ਟੇਕ ਕੇ ਮੁੜ ਜਾਂਦਾ ਹੈ, ਪਰ ਹੰਕਾਰ ਵਿੱਚ, ਤਵੱਸਬ ਵਿੱਚ ਅੰਨੇ ਹੋਏ ਇਸ ਕਾਜੀ ਨੂੰ ਅਜੇ ਤੱਕ ਗੱਲ ਸਮਝ ਚ ਨਹੀਂ ਆਈ। ਹਾਥੀ ਨੂੰ ਸਮਝ ਵਿੱਚ ਆ ਗਈ ਹੈ, ਇਹਨੂੰ ਸਮਝ ਵਿੱਚ ਨਹੀਂ ਆਈ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ, ਜਾਨਵਰਾਂ ਦੀ ਚੇਤਨਾ ਜਾਗ ਜਾਂਦੀ ਹੈ। ਇੱਕ ਹਾਥੀ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਚ ਬੜਾ ਕੀਤਾ ਹੈ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗੱਜ ਗਰਾਹ ਤੇ ਛੂਟਾ। ਜਦੋਂ ਤੇਂਦੂਏ ਨੇ ਹਾਥੀ ਨੂੰ ਗਰਸ ਲਿਆ ਨਾ, ਹਾਥੀ ਚ ਤਾਕਤ ਬੜੀ ਹੁੰਦੀ, ਉਹਨੂੰ ਮਾਨ ਸੀ ਵੀ ਮੈਂ ਤੇ ਨਿਕਲ ਜਾਣਾ। ਜਦੋਂ ਤਾਕਤ ਕੰਮ ਨਹੀਂ ਆਈ, ਬੁੱਧੀ ਕੰਮ ਨਹੀਂ ਆਈ, ਤੇ ਝੀਲ ਵਿੱਚ ਫਸਿਆ ਹੋਇਆ ਸੀ, ਤੇਂਦੂਏ ਨੇ ਗਰਸਿਆ ਹੋਇਆ ਸੀ, ਅੱਗੇ ਕੌਲ ਫੁੱਲ ਖਿੜਿਆ ਸੀ, ਉਹ ਕੌਲ ਫੁੱਲ ਸੁੰਨ ਨਾਲ ਇਸ ਤਰ੍ਹਾਂ ਤੋੜ ਕੇ ਉਤਾਂ ਨੂੰ ਕੀਤਾ ਤੇ ਅਰਦਾਸ ਕੀਤੀ ਵੀ ਹੇ ਈਸ਼ਵਰ, ਹੁਣ ਮੇਰੀ ਕੋਈ ਰੱਖਿਆ ਨਹੀਂ ਕਰ ਸਕਦਾ, ਇਸ ਤੇਂਦੂਏ ਤੋਂ ਤੂੰ ਮੇਰੀ ਜਾਨ ਨੂੰ ਬਚਾ। ਇਹਦਾ ਮਤਲਬ ਤੇਂਦੂਏ ਨੂੰ ਵੀ ਅਰਦਾਸ ਕਰਨ ਦੀ ਜਾਚ ਹੈ। ਉਸ ਤੇਂਦੂਏ ਦੀ ਬੌੜੀ ਕੀਤੀ ਪ੍ਰਮਾਤਮਾ ਨੇ, ਉਹਨੂੰ ਬਚਾਇਆ। ਹੁਣ ਇੱਥੇ ਵੀ ਕਬੀਰ ਸਾਹਿਬ ਕਹਿੰਦੇ ਹਾਥੀ ਨੂੰ ਗੱਲ ਸਮਝ ਆ ਗਈ ਹੈ, ਤਵੱਸਬ ਦੇ ਅਧੀਨ ਕਾਜੀ ਨੂੰ ਗੱਲ ਸਮਝ ਅਜੇ ਵੀ ਨਹੀਂ ਆਈ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰ, ਬੁੱਝੀ ਨਾਹੀ ਕਾਜੀ ਅੰਧਿਆਰ। ਪਰ ਇਸ ਅੰਨੇ ਕਾਜੀ ਨੂੰ ਗੱਲ ਅਜੇ ਸਮਝ ਚ ਨਹੀਂ ਆਈ। 3 ਬਾਰ ਪਤੀਆ ਭਰ ਲੀਨਾ। 3 ਵਾਰੀ ਪ੍ਰਤਾ ਕੇ ਹਾਥੀ ਮੇਰੇ ਤੇ ਚਾੜਿਆ, 3 ਵਾਰੀ ਪ੍ਰਤਾਵਾ ਕੀਤਾ ਹੈ, 3 ਵਾਰੀ ਇਹਨਾਂ ਨੇ ਆਪਣੇ ਆਪ ਨੂੰ ਅਜ਼ਮਾਇਆ ਹੈ। ਮਨ ਕਠੋਰ ਅਜੂ ਨਾ ਪਤੀਨਾ, ਪਰ ਇਹਨਾਂ ਦਾ ਕਠੋਰ ਮਨ ਅਜੇ ਵੀ ਪਤੀਜਿਆ ਨਹੀਂ, ਅਜੇ ਵੀ ਗੱਲ ਨਹੀਂ ਬਣੀ। ਹਾਥੀ ਦਾ ਮਨ ਤੇ ਪਤੀਜ ਗਿਆ ਹੈ, ਪਰ ਕਾਜੀ ਦਾ ਮਨ ਨਹੀਂ ਪਤੀਜਿਆ, ਇਸ ਹਾਕਮ ਦਾ ਮਨ ਨਹੀਂ ਪਤੀਜਿਆ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਮੇਰੀ ਜਿੰਦ ਤੇ ਵਾਹਿਗੁਰੂ ਦੇ ਚਰਨਾਂ ਚ ਵਸਦੀ, ਉਥੋਂ ਕਿਵੇਂ ਕੱਢ ਕੇ ਲਿਆਓਗੇ? ਮੈਨੂੰ ਮਾਰਨਾ ਕਿਤੇ ਸੌਖਾ ਹੈ? ਮੇਰੀ ਜਿੰਦ ਮੇਰੇ ਸਰੀਰ ਚ ਹੈ ਹੀ ਨਹੀਂ, ਮੇਰੀ ਜਿੰਦ ਵਾਹਿਗੁਰੂ ਦੇ ਚਰਨਾਂ ਚ, ਉਥੋਂ ਕਿਵੇਂ ਲਿਆਓਗੇ? ਉਹਦਾ ਹੁਕਮ ਹੋਵੇਗਾ ਤੇ ਲਿਆਓਗੇ, ਉਹਦੇ ਤੋਂ ਬਿਨਾਂ ਤੁਹਾਡੇ ਤੋਂ ਨਹੀਂ ਲਿਆਂਦੀ ਜਾਵੇ। ਉਹਨਾਂ ਨੂੰ ਭਰੋਸਾ ਹੈ ਵੀ ਜੇਨ ਮੈਨੂੰ ਹਾਥੀ ਨੂੰ ਪ੍ਰੇਰ ਲਿਆ ਵੀ ਕਬੀਰ ਦੇ ਉੱਤੇ ਨਾ ਚੜੀ, ਉਹ ਅੱਗ ਨੂੰ ਵੀ ਪ੍ਰੇਰ ਲਏਗਾ। ਉਹਨੇ ਤੇ ਇੱਕ ਵਾਰ ਪਾਣੀ ਨੂੰ ਪ੍ਰੇਰ ਲਿਆ ਸੀ ਵੀ ਕਬੀਰ ਨੂੰ ਨਾ ਡੋਬੀ। ਪਾਣੀ ਦਾ ਸੁਭਾਅ ਕੀ ਹੈ? ਡੋਬਣਾ। ਅੱਗ ਦਾ ਸੁਭਾਅ ਕੀ ਹੈ? ਸਾੜਨਾ। ਕਬੀਰ ਨੂੰ ਅੱਗ ਸਾੜਦੀ ਕੋਈ ਨਹੀਂ, ਪਾਣੀ ਡੋਬਦਾ ਕੋਈ ਨਹੀਂ। ਇੱਕ ਵਾਰ ਹਕੂਮਤ ਨੇ ਫਿਰ ਗ੍ਰਿਫਤਾਰ ਕੀਤਾ, ਫਤਵਾ ਲਾਇਆ ਬਈ ਬੰਦਾ ਬਣਨਾ ਹੈ ਕਿ ਨਹੀਂ, ਸਾਡੇ ਬਰ ਖਿਲਾਫ ਬੋਲਣ ਤੋਂ ਹਟਣਾ ਹੈ ਕਿ ਨਹੀਂ।
ਤਾਂ ਕਬੀਰ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਬੀਰ ਸਾਹਿਬ ਕਹਿਣ ਲੱਗੇ ਭਾਈ ਮੈਂ ਤੇ ਆਪਣੀ ਮਰਜ਼ੀ ਨਾਲ ਕੁਝ ਬੋਲਦਾ ਹੀ ਨਹੀਂ, ਜਿਵੇਂ ਉਹ ਬੁਲਾਉਂਦਾ ਹੈ ਉਵੇਂ ਬੋਲਣਾ। ਤਾਂ ਕਹਿਣ ਲੱਗੇ ਫਿਰ ਇਹਨੂੰ ਜੰਜੀਰਾਂ ਵਿੱਚ ਜਕੜ ਕੇ ਜਿੱਥੇ ਗੰਗਾ ਬਹੁਤ ਡੂੰਘੀ ਹੈ ਉੱਥੇ ਡੋਬ ਦਿਓ। ਕਬੀਰ ਸਾਹਿਬ ਫੇਰ ਕਿਆ ਬਾਤ ਹੈ, ਕਿਆ ਬਾਤ, ਕਹਿਣ ਲੱਗੇ ਮੈਨੂੰ ਜੰਜੀਰਾਂ ਵਿੱਚ ਜਕੜ ਕੇ ਉੱਥੇ ਲੈ ਗਏ ਜਿੱਥੇ ਗੰਗਾ ਬੜੀ ਡੂੰਘੀ ਹੁੰਦੀ ਹੈ, ਜਿਸ ਗੰਗਾ ਨੂੰ ਇਹ ਮਾਤਾ ਕਹਿ ਕੇ ਸਨਮਾਨਦੇ ਨੇ, ਮਾਤਾ ਗੰਗਾ। ਗੰਗ ਗੁਸਾਇਨ ਗਹਿਰ ਗੰਭੀਰ, ਗੰਗਾ ਮਾਤਾ ਜਿੱਥੇ ਬੜੀ ਡੂੰਘੀ ਹੈ, ਕਿਤੇੋਂ ਘੱਟ ਡੂੰਘੀ ਹੁੰਦੀ ਹੈ, ਕਿਤੇੋਂ ਜ਼ਿਆਦਾ ਡੂੰਘੀ ਹੁੰਦੀ ਹੈ। ਹੁਣ ਗੰਗੋਤਰੀ ਤੋਂ ਬੰਗਾਲ ਦੀ ਖਾੜੀ ਤੱਕ ਗੰਗਾ ਜਾਂਦੀ ਹੈ, ਪਰ ਇੱਕ ਥਾਂ ਇਸ ਤਰ੍ਹਾਂ ਦਾ ਹੁੰਦਾ ਹੈ ਜਿੱਥੇ ਉਹਦਾ ਨਾਂ ਗੜ ਗੰਗਾ ਪੈ ਜਾਂਦਾ। ਯੂਪੀ ਜਗ੍ਹਾ ਮੇਰਠ ਜ਼ਿਲ੍ਹੇ 'ਚ ਬੜੇ ਦੂਰ ਦੂਰ ਤੱਕ ਉੱਥੇ ਜਾ ਕੇ ਫੈਲੀ ਹੋਈ ਹੈ। ਮੇਰਾ ਖਿਆਲ ਹੈ ਵੀ 10 15 20 ਕਿਲੋਮੀਟਰ ਉੱਥੇ ਜਾ ਕੇ ਚੌੜਾਈ ਬਣ ਜਾਂਦੀ, ਪਰ ਗਹਿਰਾਈ ਉੱਥੇ ਘਟ ਜਾਂਦੀ ਹੈ। ਕਿਤੇੋਂ ਬਹੁਤ ਡੂੰਘੀ ਸੌੜੀ ਹੋ ਜਾਂਦੀ ਹੈ, ਲਿਹਾਜ਼ਾ ਡੂੰਘੀ ਹੋ ਜਾਂਦੀ, ਪਾਣੀ ਨੇ ਤੇ ਲੰਘਣਾ ਹੈ। ਜਿੱਥੇ ਗੰਗਾ ਬੜੀ ਡੂੰਘੀ ਸੀ ਮੈਨੂੰ ਉੱਥੇ ਲੈ ਗਏ ਸੰਗਲਾਂ ਵਿੱਚ ਬੰਨ੍ਹ ਕੇ। ਇੱਕ ਤੇ ਸੰਗਲ ਨਾਲ ਮੈਂ ਵੱਜ ਗਿਆ, ਹੱਥ ਪੈਰ ਨਹੀਂ ਲਾ ਸਕਦਾ, ਦੂਜਾ ਸੰਗਲਾਂ ਨਾਲ ਮੇਰਾ ਵਜਨ ਵੱਧ ਗਿਆ ਤਾਂ ਕਿ ਛੇਤੀ ਡੁੱਬੇਗਾ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮੈਨੂੰ ਕਬੀਰ ਨੂੰ ਜੰਜੀਰਾਂ ਵਿੱਚ ਬੰਨ੍ਹ ਕੇ ਖੜਿਆ। ਮਨ ਨਾ ਡਿਗੈ ਤਨ ਕਾਏ ਕੋ ਡਰਾਏ, ਚਰਨ ਕਮਲ ਚਿਤ ਰਹਾ ਸਮਾਏ। ਹੁਣ ਮੇਰਾ ਮਨ ਨਹੀਂ ਡੋਲਦਾ ਤੇ ਤਨ ਨੂੰ ਕਾਹਦਾ ਡਰ ਹੈ। ਮੇਰਾ ਤੇ ਭੈ ਦੂਰ ਹੋ ਗਿਆ, ਡੱਡਾ ਡਰ ਉਪਜੇ ਡਰ ਜਾਈ ਵਾਲੀ ਮੇਰੀ ਅਵਸਥਾ ਬਣ ਗਈ ਹੈ। ਫਿਰ ਕਬੀਰ ਸਾਹਿਬ ਕੀ ਹੋਇਆ, ਤੁਸੀਂ ਪਾਣੀ ਵਿੱਚ ਡੁੱਬ ਗਏ, ਗੰਗਾ ਦੀਆਂ ਲਹਿਰਾਂ ਨੇ ਤੇ ਤੁਹਾਨੂੰ ਡੋਬ ਦਿੱਤਾ ਹੋਵੇਗਾ ਨਾ। ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਜਿਹੜਾ ਪਾਣੀ ਡੋਬਦਾ ਹੈ, ਜਿਹੜੇ ਪਾਣੀ ਦਾ ਸੁਭਾਅ ਹੈ ਡੋਬਣਾ, ਉਹ ਪਾਣੀ ਦੀਆਂ ਤਰੰਗਾਂ ਜਦੋਂ ਸੰਗਲਾਂ ਨਾਲ ਜੰਜੀਰਾਂ ਨਾਲ ਵੱਜੀਆਂ ਤੇ ਜੰਜੀਰਾਂ ਟੁੱਟ ਗਈਆਂ। ਦੇਖਦਿਆਂ ਦੇਖਦਿਆਂ ਪਾਣੀ ਤੇ ਤਰਦੀ ਤਰਦੀ ਇੱਕ ਮ੍ਰਿਗਸ਼ਾਲਾ ਆ ਗਈ ਤੇ ਅਰਸ਼ ਚੋਂ ਆਵਾਜ਼ ਆਈ, ਕਬੀਰ ਮ੍ਰਿਗਸ਼ਾਲਾ ਤੇ ਚੌਂਕੜੀ ਮਾਰ ਕੇ ਬੈਠ ਜਾ। ਮੈਂ ਮ੍ਰਿਗਸ਼ਾਲਾ ਤੇ ਬੈਠ ਗਿਆ, ਉਹ ਮੈਨੂੰ ਕਿਨਾਰੇ ਤੇ ਲੈ ਆਈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹੋ ਕਬੀਰ ਪਉ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਇਹ ਕਰਮ ਕਾਂਡ ਕੁਝ ਨਹੀਂ ਸਵਾਰਦੇ ਭਾਈ, ਫੋਕਟ ਕਰਮ ਨਾ ਕਰੋ, ਰੱਬ ਰੱਬ ਜਪੋ। ਜਲ ਵਿੱਚ ਵੀ ਤੇ ਥਲ ਤੇ ਵੀ ਰੱਖਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਤੱਕ ਉਹਦਾ ਹੁਕਮ ਨਹੀਂ ਹੁੰਦਾ, ਕੋਈ ਕਿਤਨੀ ਤਾਕਤ ਵਰਤ ਲੈ, ਕਿਤਨੇ ਹੀ ਤਰੀਕੇ ਵਰਤ ਲਵੇ, ਉਹ ਕਿਸੇ ਨੂੰ ਖਤਮ ਨਹੀਂ ਕਰ ਸਕਦਾ। ਔਰ ਜਿੱਦਣ ਉਹਦਾ ਹੁਕਮ ਹੋ ਗਿਆ, ਉਦਣ ਕਿਤਨੇ ਦਵਾਈਆਂ ਲੈ ਲਈਏ, ਟੀਕੇ ਲਵਾ ਲਈਏ, ICU 'ਚ ਭਰਤੀ ਹੋ ਜਾਈਏ, ਮੈਨੂੰ ਖਿਮਾ ਕਰਨਾ, ਉਦਣ ਫਿਰ ਕੋਈ ਦਵਾ ਕੰਮ ਨਹੀਂ ਕਰਦੀ। ਉਦਣ ਫਿਰ ਹੁਕਮ ਆ ਜਾਂਦਾ ਹੈ ਤੇ ਉਹਦੇ ਹੁਕਮ ਵਿੱਚ ਜਾਣਾ ਪੈਂਦਾ। ਪਰ ਜਦੋਂ ਤੱਕ ਉਹ ਆਪ ਰੱਖੇ, ਉਦੋਂ ਤੱਕ ਕੋਈ ਮਾਰ ਵੀ ਨਹੀਂ ਸਕਦਾ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੈ। ਦਿਆਲ ਪੁਰਖ ਬਖਸ਼ਿੰਦ। ਹਰੀ ਆਪਣੇ ਸੇਵਕਾਂ ਨੂੰ ਜ਼ਰੂਰ ਬਚਾਉਂਦਾ ਹੈ। ਆਪੇ ਪਾਵਕ
आपे पवना। तुसी भी कृपा करो ते आखो आपे पावक आपे पवना, आपे पावक आपे पवना, आपे। जारे खसम तारा कै कवना, जारे खसम तारा कै कवना, जारे। आपे पावक आपे पवना, आपे पावक आपे पवना, आपे पावक। भाई अग भी वो है, जे वो ही ना साड़ना चाहे तो मैं किवें सड़ सकना। पानी भी वो ही है, जे वो ना डुबना चाहे मैं किवें डुब सकना। इस वास्ते तुसी फिक्र ना करो। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਆ ਕੇ ਦੱਸਿਆ ਵੀ ਤੇਰੀ ਛੱਪਰ ਨੂੰ ਲੋਕ ਅੱਗ ਲਾ ਗਏ ਨੇ, ਪਰ ਤੁਸੀਂ ਫਿਕਰ ਨਾ ਕਰੋ। ਜਿਹਨ ਮੈਨੂੰ ਪਾਣੀ 'ਚ ਡੁੱਬਣ ਤੋਂ ਬਚਾਇਆ ਸੀ, ਜਿਹਨ ਮੈਨੂੰ ਹਾਥੀ ਦੇ ਪੈਰਾਂ ਥੱਲੇ ਲਤਾੜ ਕੇ ਮਾਰਨ ਵੇਲੇ ਮੇਰੀ ਸਹਾਇਤਾ ਕੀਤੀ ਸੀ ਨਾ, ਉਹ ਅੱਜ ਵੀ ਮੇਰੀ ਸਹਾਇਤਾ ਕਰੇਗਾ। ਮੈਂ ਮਰਦਾ ਨਹੀਂ, ਤੁਸੀਂ ਫਿਕਰ ਨਾ ਕਰੋ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਾ ਸਮਾਏ। ਹੁਣ ਮੇਰੇ ਚਿੱਤ ਵਿੱਚ, ਹੁਣ ਮੇਰੀ ਸੁਰਤ ਵਿੱਚ ਵਾਹਿਗੁਰੂ ਦਾ ਨਾਮ ਹੈ। ਔਰ ਨਾਮ ਜਪਦਿਆਂ ਜਪਦਿਆਂ ਜੇ ਮੇਰਾ ਤਨ ਸੜ ਵੀ ਜਾਏ ਤੇ ਹਰਜ ਕੀ ਹੈ। ਸਾਈਂ ਮੀਆਂ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਚਨ ਕਰਦੇ ਨੇ, ਜਦੋਂ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਹੇਠਾਂ ਅੱਗ ਬਲ ਰਹੀ ਹੈ। ਭੜਪੂੰਜਾ ਨਾਮ ਦਾ ਵਿਅਕਤੀ ਮਹਾਰਾਜ ਦੇ ਸਿਰ 'ਚ ਬੇਲਚਿਆਂ ਨਾਲ ਤੱਤੀ ਰੇਤਾ ਪਾ ਰਿਹਾ, ਤੇ ਮੀਆਂ ਮੀਰ ਕਹਿੰਦਾ ਤੁਸੀਂ ਕਹੋ ਤੇ ਮੈਂ ਧਰਤੀ ਉਲਟੀ ਕਰ ਦਿਆਂ, ਇੰਨਾ ਜ਼ੁਲਮ ਹੋ ਰਿਹਾ। ਤੇ ਹਜ਼ੂਰ ਕਹਿੰਦੇ ਨੇ ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਮੀਠਾ ਲਾਗੇ, ਤੇਰਾ। जी तेरा किया मीठा लागे, तेरा किया मीठा लागे, तेरा। मियाँ मीर जी ये अकाल पुरख की रजा है। इस वास्ते ओदे हुक्म विच मैं तती तवी ते बैठा, पर मैनू इस अग नाल कोई फर्क नहींगा, मैं बदेही हो गया वां। सत संगत तुसी नारियल वेख्या होवेगा, अजकल बड़ा डॉक्टर आ करोना के काल विच हदायत की नारियल पानी पीओ। दो तरह के हुंदे, कच्चा एक पक्का। कच्चा नारियल दे विच जिहड़ा खोपा है कई बार अजे तैयार ही नहीं होया हुंदा, जे होया भी होवे ते छिलके दे नाल सीपा हुंदा है। ਉਹਨੂੰ ਤੁਸੀਂ ਕੋਈ ਟੋਕਾ ਲੈ ਕੇ ਇਸ ਤਰ੍ਹਾਂ ਕੱਟੋ ਤੇ ਸਾਰੇ ਦਾ ਸਾਰਾ ਕੱਟਿਆ ਜਾਏਗਾ। ਪਰ ਜਦੋਂ ਨਾਰੀਅਲ ਪੱਕ ਜਾਂਦਾ ਹੈ ਤੇ ਛਿਲਕੇ ਵਿੱਚ ਤੇ ਖੋਪੇ ਵਿੱਚ ਇੱਕ ਗਾਇਬ ਆ ਜਾਂਦਾ ਹੈ, ਸਪੇਸ ਆ ਜਾਂਦਾ, ਥੋੜਾ ਜਿਹਾ ਸਪੇਸ ਆ ਜਾਂਦਾ। ਹੁਣ ਤੁਸੀਂ ਉਹਨੂੰ ਚੋਟ ਕਰੋ, ਛਿਲਕਾ ਟੁੱਟੇਗਾ, ਖੋਪਾ ਨਹੀਂ ਟੁੱਟੇਗਾ। ਅਭਿਆਸ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਮਨੁੱਖ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ, ਸਰੀਰ ਹੋਰ ਹੈ, ਆਤਮਾ ਹੋਰ ਹੈ। ਮੈਂ ਆਤਮਾ ਹਾਂ, शरीर नहीं। ये मैडिटेशन करना पैंदा, लगातार अध्ययन करना पैंदा, एनालिसिस करना पैंदा। मैं शरीर नहीं, मैं शरीर नहीं, मैं आत्मा। फिर कोई लकड़ की मुड्डी रख के बंद बंद कटदा है, जिउंदियां दे खोपर लादा है, आरियां नाल चीरदा है। ये कोई नावल थोड़ा ने जिहड़ा इतिहास है सिखां दा, इदां होया। वो
ਦੰਦਾਂ ਥੱਲੇ ਜੀਭ ਦੇ ਕੇ ਕਚੀਚੀ ਵੱਟ ਲੈਂਦੇ ਹਨ ਵੀ ਰੋਣਾ ਨਹੀਂ। ਨਹੀਂ, ਇਦਾਂ ਨਹੀਂ, ਉਹਨਾਂ ਨੂੰ ਰੋਣ ਆਉਂਦਾ ਹੀ ਨਹੀਂ ਸੀ। ਕਿਉਂ ਨਹੀਂ ਸੀ? ਦਰਦ ਹੀ ਨਹੀਂ ਸੀ ਹੁੰਦਾ। ਪੱਕੇ ਨਾਰੀਅਲ ਵਰਗੇ ਹੋ ਗਏ ਸਨ। ਬਾਹਰੋਂ ਚੋਟ ਕੀਤੀ, ਛਿਲਕੇ ਨੂੰ ਚੋਟ ਪਹੁੰਚੀ, ਅੰਦਰਲੇ ਖੋਪੇ ਨੂੰ ਚੋਟ ਹੀ ਨਹੀਂ ਪਹੁੰਚੀ। ਆਤਮਾ ਕਲਪੀ ਕੋ ਨਹੀਂ ਗੀ। ਕਿਵੇਂ ਰੋਣਗੇ? ਕਿਵੇਂ ਅੱਖ 'ਚ ਪਾਣੀ ਆਵੇਗਾ? ਕਿਵੇਂ ਦਰਦ ਹੋਵੇਗਾ? ਹੋ ਹੀ ਨਹੀਂ ਸਕਦਾ। ਅਸੀਂ, ਸਾਡੀ ਆਤਮਾ ਸਰੀਰ ਨਾਲ ਸੀਪੀ ਹੋਈ ਹੈ। ਕੰਡਾ ਪੈਰ 'ਚ ਵੱਜੇ, ਸੀ ਮੂੰਹ 'ਚੋਂ ਨਿਕਲ ਜਾਂਦੀ। ਕਿਉਂ? ਅਸੀਂ ਆਪਣੇ ਆਪ ਨੂੰ ਸਰੀਰ ਸਮਝ ਲਿਆ। ਜਦੋਂ ਸਰੀਰ ਸਮਝ ਲਿਆ ਤੇ ਸਰੀਰ ਦਾ ਦੁੱਖ ਸੁੱਖ ਵੀ ਮਹਿਸੂਸ ਕਰਾਂਗੇ। ਇਸ ਲਈ ਮੀਆਂ ਮੀਰ, ਮੈਨੂੰ ਕੋਈ ਤਕਲੀਫ ਨਹੀਂ, ਤੂੰ ਫਿਕਰ ਨਾ ਕਰ, ਇਹ ਅਕਾਲ ਪੁਰਖ ਦਾ ਹੁਕਮ ਹੈ। ਰਾਮ ਜਪਤ ਤਨ ਜਰ ਕੀ ਨਾ ਜਾਏ। ਵਾਗਰੂ ਵਾਗਰੂ ਜਪਦਿਆਂ ਤਨ ਸੜ ਵੀ ਜਾਏ ਤੇ ਕੋਈ ਹਰਜ ਨਹੀਂ। ਰਾਮ ਨਾਮ ਚਿਤ ਰਹਾ ਸਮਾਏ। ਮੇਰਾ ਚਿੱਤ, ਮੇਰੀ ਸੁਰਤ, ਮੇਰਾ ਮਨ ਵਾਗਰੂ ਦੇ ਨਾਮ ਵਿੱਚ ਸਮਾਇਆ ਹੋਇਆ। ਹੁਣ ਮੈਨੂੰ ਇਸ ਅੱਗ, ਪਾਣੀ, ਹਵਾ ਇਤਿਆਦਿਕ ਦਾ ਕੋਈ ਡਰ ਨਹੀਂਗਾ। ਅਗਲੇ ਬਚਨਾਂ ਵਿੱਚ ਕਬੀਰ ਸਾਹਿਬ ਇੱਕ ਬਖਸ਼ਿਸ਼ ਕਰਦੇ ਨੇ, ਬੜੀ ਮਹਾਨ, ਜੇ ਸਮਝ ਵਿੱਚ ਆ ਜਾਏ। ਤੇ ਕਹਿੰਦੇ ਨੇ, ਕਾਂ ਕੋ ਜਰੈ ਕਾਹੇ ਹੋਏ ਹਾਨ, ਨਟਵਟ ਖੇਲੈ ਸਾਰੰਗ ਪਾਨ। ਸਾਰੰਗ ਪਾਨ ਰੱਬ, ਨਟਵਟ ਕੌਤਕ। ਇੱਕ ਬੰਦਾ ਦੂਜੇ ਬੰਦੇ ਦਾ ਨੁਕਸਾਨ ਕਰਦਾ, ਮਾਲੀ ਨੁਕਸਾਨ ਕਰ ਦਿੰਦਾ ਜਾਂ ਕਿਸੇ ਹੋਰ ਐਂਗਲ ਤੋਂ ਕਰ ਦਿੰਦਾ। ਕਬੀਰ ਸਾਹਿਬ ਕਹਿੰਦੇ, ਇੱਕ ਨੁਕਸਾਨ ਕਰ ਰਿਹਾ, ਇੱਕ ਦਾ ਨੁਕਸਾਨ ਹੋ ਰਿਹਾ। ਨੁਕਸਾਨ ਕਰ ਵੀ ਆਪ ਰਿਹਾ ਹੈ ਤੇ ਜਿਹਦਾ ਹੋ ਰਿਹਾ ਉਹ ਭੋਗ ਵੀ ਆਪ ਹੀ ਰਿਹਾ। ਦੋਵਾਂ ਵਿੱਚ ਹੀ ਆਪ ਹੈ। ਇਹ ਉਹਦੀ ਲੀਲਾ ਹੈ। ਤੇ ਜੇ ਨਾ ਹੋਵੇ ਲੀਲਾ ਤੇ ਫਿਰ ਉਹ ਕਹਿੰਦੇ ਵੀ ਇਹ ਸੰਸਾਰ ਤੇ ਸਾਰਾ ਇਥੋਂ ਗਲੈਮਰ ਤੇ ਖਤਮ ਹੋ ਜਾਏਗਾ, ਸਸਪੈਂਸ ਖਤਮ ਹੋ ਜਾਏਗਾ। ਇਹ ਸਾਰਾ ਜਿਹੜੇ ਜਜ਼ਬਾਤ ਨੇ, ਕਈ ਤਰ੍ਹਾਂ ਦੇ ਹਾਵ ਭਾਵ ਨੇ, ਕਦੀ ਅਸੀਂ ਮਾਯੂਸ ਹੁੰਨੇ ਆ, ਕਦੀ ਅਸੀਂ ਬੜੇ ਖੁਸ਼ ਹੁੰਨੇ। ਹੁਣ ਤੁਸੀਂ ਵੇਖੋ ਵੀ ਪ੍ਰਸ਼ਾਦਾ ਛਕਣ ਦਾ ਆਨੰਦ ਆਉਂਦਾ। ਜੇ ਭੁੱਖ ਹੀ ਨਾ ਲੱਗੇ ਤੇ ਪਦਾਰਥਾਂ ਦਾ ਕਾਹਦਾ ਆਨੰਦ? ਜੇ ਥਕਾਵਟ ਨਾ ਹੋਵੇ ਤੇ ਸੌਣ ਦਾ ਕੀ ਲੁਤਫ ਹੈ? ਜੇ ਦੁੱਖ ਹੀ ਨਾ ਹੋਵੇ ਤੇ ਸੁੱਖ ਦਾ ਅਹਿਸਾਸ ਕੀ ਹੋਵੇ? ਇਸ ਵਾਸਤੇ ਇਹ ਉਹਨੇ ਨਟਵਟ ਖੇਲਿਆ ਸਾਰੰਗ ਪਾਨ। ਇਹ ਅੱਗ ਵੀ ਉਹੀ ਲਵਾਉਂਦਾ ਪਿਆ ਜੇ, ਇਹ ਪਾਣੀ ਵਿੱਚ ਵੀ ਮੈਨੂੰ ਉਹੀ ਇਹਨਾਂ ਨੂੰ ਪ੍ਰੇਰ ਕੇ ਡੁਬੋਂਦਾ ਪਿਆ। ਇਸ ਵਾਸਤੇ ਇਹ ਉਹਦੀ, ਮੈਂ ਸਮਝਣਾ ਵੀ ਡਾਇਰੈਕਟਰ ਪਿੱਛੇ ਹੋਰ ਹੈ। ਇਹਨਾਂ ਨੂੰ ਤੇ ਉਹਨੇ ਐਕਟਰ ਬਣਾਇਆ, ਇਹਨਾਂ ਕੋਲੋਂ ਕਰਵਾ ਰਿਹਾ। ਡਾਇਰੈਕਟਰ ਉਹ ਆਪ ਹੈ, ਪ੍ਰੋਡਿਊਸਰ ਆਪ ਹੈ, ਕਹਾਣੀਕਾਰ ਆਪ ਹੈ। ਇਹ ਤੇ ਵਿਚਾਰੇ ਅਭਿਨੇਤਾ ਨੇ, ਐਕਟਰ ਨੇ, ਚੰਦ ਠੀਕਰੀਆਂ ਲੈ ਕੇ ਐਕਟਿੰਗ ਕਰ ਰਹੇ ਨੇ। ਤੋ ਕਰ ਕਰਾ ਸਭ ਪ੍ਰਮਾਤਮਾ ਰਿਹਾ। ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ ਵਾਲੀ ਅਵਸਥਾ ਹੈ। ਕਾਂ ਕੋ ਜਰੇ ਕੌਣ ਸੜਦਾ, ਕਾਹੇ ਹੋਏ ਹਾਨ। ਕੌਣ ਕਿਸੇ ਦੀ ਹਾਨੀ ਕਰਦਾ ਹੈ ਤੇ ਕੌਣ ਕਿਸੇ ਦੀ ਹਾਨੀ ਨਹੀਂ ਕਰਦਾ। ਹਾਨੀ ਵੀ ਉਹ ਕਰ ਰਿਹਾ ਤੇ ਹਾਨੀ ਸਹਿ ਵੀ ਉਹ ਹੀ ਰਿਹਾ। ਨਟਵਟ ਖੇਲੈ ਸਾਰੰਗ ਪਾਨ। ਸਾਰੰਗ ਵੈਸੇ ਕਹਿੰਦੇ ਨੇ ਧਨਖ ਨੂੰ, ਤੇ ਉਹ ਕਹਿੰਦੇ ਵੀ ਅਸੀਂ ਜਦੋਂ ਉਹਨੂੰ ਤਾਕਣੇ ਆ ਤੇ ਉਹਨੇ ਇੱਥੇ ਧਨਖ ਟੰਗਿਆ ਹੋਇਆ, ਪੱਥਾ ਵੀ ਟੰਗਿਆ ਹੋਇਆ। ਪਾਨ ਮੈਨੇ ਜਿਹਨੇ ਪਾਇਆ ਹੋਇਆ ਜਾਂ ਹੱਥ 'ਚ ਪਕੜਿਆ ਹੈ, ਇਸ ਵਾਸਤੇ ਸਾਰੰਗ ਪਾਨ ਕਹਿ ਦਿੰਦੇ ਨੇ। ਅਰਥੇ ਦੇ ਵਾਗਰੂ ਹੀ ਨੇ, ਅਕਾਲ ਪੁਰਖ ਹੀ ਨੇ। ਇਹ ਸਾਰੰਗ ਪਾਨ ਜਿਹੜਾ ਹੈ ਉਹਦੀ ਲੀਲਾ ਹੈ। ਵੇਖੋ, ਉਹ ਕਹਿੰਦੇ ਉਹਦੀ ਖੇਡ ਹੈ। ਮੈਂ ਅਕਸਰ ਅਰਜ਼ ਕਰਨਾ ਹੁੰਦਾ ਬਈ ਜੇ ਜਗਤ ਦੇ ਇਸ ਸਿਲਸਿਲੇ ਨੂੰ ਖੇਡ ਸਮਝ ਲਈਏ ਨਾ, ਇਹਦੇ 'ਚ ਆਨੰਦ ਬੜਾ। ਕਿਸੇ ਥੀਏਟਰ ਵਿੱਚ ਉਚੇਚੇ ਤੌਰ ਤੇ ਮੂਵੀ ਵੇਖਣ ਜਾਣ ਦੀ ਲੋੜ ਨਹੀਂ। ਸਾਡੇ 4 ਚੁਫੇਰੀ ਮੂਵੀਆਂ ਚੱਲ ਰਹੀਆਂ, ਸਾਡੇ ਅੰਦਰ ਵੀ ਇੱਕ ਮੂਵੀ ਚੱਲਦੀ ਰਹਿੰਦੀ। ਪਰ ਸਾਡੀ ਸਮੱਸਿਆ ਕੀ ਹੈ? ਅਸੀਂ ਸੰਸਾਰ ਦੇ ਤਮਾਸ਼ੇ ਨੂੰ ਤੇ ਖੇਡ ਸਮਝਣਾ ਕੀ ਹੈ? ਅਸੀਂ ਤੇ ਖੇਡ ਨੂੰ ਵੀ ਖੇਡ ਨਹੀਂ ਸਮਝਦੇ। ਪਿਆਰਿਓ, ਜਿਹੜੀ ਖੇਡ ਹੈ, ਜਿਹਨੂੰ ਤੁਸੀਂ ਆਪਣੀ ਬੋਲੀ 'ਚ ਕ੍ਰਿਕਟ ਕਹਿੰਦੇ ਹੋ, ਫੁੱਟਬਾਲ ਕਹਿੰਦੇ ਹੋ, ਬਾਸਕਟਬਾਲ ਕਹਿੰਦੇ ਹੋ, ਕਬੱਡੀ ਕਹਿੰਦੇ ਹੋ, ਜਦੋਂ ਬਣਾਈ ਤੇ ਰਿਕ੍ਰੀਏਸ਼ਨ ਵਾਸਤੇ ਸੀ ਵੀ ਚਲੋ ਨਾਲੇ ਬੱਚਿਆਂ ਦੀ ਸਿਹਤ ਠੀਕ ਰਹੇਗੀ, ਨਾਲੇ ਮਨੋਰੰਜਨ ਕਰਾਂਗੇ। ਅੱਜ ਦੀ ਤਰੀਕ 'ਚ ਕੀ ਬਣ ਗਿਆ? ਇੱਕ ਤੇ ਇਹ ਬਿਜ਼ਨਸ ਬਣ ਗਿਆ।
एक ये जंग विच रूपांतरित हो गया। थोड़ा जिहा सुर ते जोर दे के सुनिया। साडियां गेमां जंग बन गईयां, बिजनेस बन गई। क्रिकेट विच बड़ा पैसा है, बच्चे नूं इस पासे पाने आ, वो भलिया ये ते खेड सी, इनू व्यापार क्यों बनाना है? ये ते खेड, इनू जंग क्यों बनाना है? टीम जित के आई है, 500 बंदा एयरपोर्ट ते फुलां दे हार लैके पहुंच गया। टीम हार के आई है, झोलियां वट्टियां नाल भरियां होईयां ने, एयरपोर्ट के शीशे भी तोड़, तुसीं साडा नक कटा के आ गए हो। वो भलिओ, ये नक का मसला नहीं गा, ये खेड है, दो धिरां ने खेडना है, एक ने जितना है ते एक ने हारना। ਇਹਦੇ ਵਿੱਚ पत्थर मारन वाली ਕਿਹੜੀ ਗੱਲ है? ਹੁਣ ਤੁਸੀਂ ਉਹਨਾਂ ਲੋਕਾਂ ਨੂੰ ਕੀ ਸਮਝਦੇ ਹੋ ਜਿਹੜੇ ਟੀਮ ਦੇ ਹਾਰ ਕੇ ਆਉਣ ਤੇ ਪੱਥਰ ਲੈ ਕੇ 에ਅਰਪੋਰਟ ਤੇ ਪਹੁੰਚ ਜਾਂਦੇ ਨੇ? हैवानियत की है? हैवानियत नाल कोई सिंह थोड़ा लग जाते ने। हैवानियत एक आइडियोलॉजी है, और जिहदे असीं सिख हां वो चमकौर दी गढ़ी च खड़ा है, हेठां जंग हो रहा है, साहिबजादा अजीत सिंह नूं दुश्मन पिछों बरछी मारदा है, एक होर आके मारदा है, एक अगों खंजर मार दिंदा है, एक तलवार दा वार कर दिंदा है। 15 20 25 जने उमड़ पैंदे ने ते साहिब अजीत सिंह दा शरीर, रूह उठ जाती है ते शरीर जमीन ते डिग पैंदा है ते हजूर बोले सो निहाल सत श्री अकाल दा जकारा बुलांदे ने। सिख कहंदे ने महाराज पुत्र शहीद हो गया, जकारे छड्ड दिओ, ते हजूर कहंदे ने मैं हूं परम पुरख को दासा, देखन आयो जगत तमाशा। मेरे वास्ते ते गेम है, मेरे वास्ते जंग नहीं गा, ये गेम है, मैं इनू इंजॉय कर रहा। अजीत सिंह पहला भी सी, हुण भी है, आत्मा हुण भी ओहदी किते ना किते मौजूद है। तत्तां विच तत्त चले जाणगे, अजीत सिंह ने कदी भी नहीं खत्म होना। मैं इस जंग नूं भी तमाशे वांगू देखना, ते कलगियां वालिया तेरे ते सिख तमाशे नूं भी जंग वांगू वेंदे। तो ये कोई जित के आवे उन्होंने हलाशेरी देनी चंगी गल है, पर हार के आवे तो उन्होंने पत्थर मारने, ये हैवानियत है, ये इंसानियत नहीं। ये असी इनू जंग बना दिता है। इनू कहते नट-वट, कबीर साहब कहते नट-वट खेलिया सारंग पा, किसी नू जिता रहा है, किसी नू हरा रहा है, किसी नू मार रहा है, किसी नू मरवा रहा है, किसी नू तरक्की दे रहा है, किसी नू पिछे रख रहा है। ये उहदे नट-वट ने। इनू जे थोड़ा जिहा तमाशे टाइप, मेले टाइप देखिए तो फिर तो गरीबी विच भी तुसीं अमीरी का रंग मान सकते हो। देखो ना, कोई सेब नहीं खरीद सकता, अमरूद खरीद लै। तुसीं एक्सपर्ट नूं पुछ लो, कहंदा तत अमरूद विच उहदे नाल सगों ज़्यादे ने। एक बंदे दे खीसे च 1000 रुपया वो मेला वेखण गया है, एक दे च 100 रुपया वो मेला वेखण गया है। दूआं नूं पता है भी शाम नूं वापस घर आ जाना। 100 रुपये नाल मेला वेख लांगे तां किन्ना कुछ फर्क पैण लगा। एक बंदे कोल प्रॉपर बड़ी मां प्यो की प्रॉपर्टी मिल गई है, मेला वेख के उन्हें भी चले जाना। एक नूं थोड़ी मिली है जां नहीं मिली, मेला वेख के चले उन्हें भी जाना। एक ने जान लग्या ज्यादा छड़ जाना, एक ने जान लग्या थोड़ा छड़, फर्क ही पैंदा जी। पर जे असीं अपने माइंड नूं उस तरह सैट कर लीए फिर कोई फर्क नहीं पैंदा, ते जे ना करिए फिर बड़ा पैंदा। काको जरै काए होए हान, नट वट खेलै सारंग पान। कहो कबीर अखर दोए भाख, तू ते 2 अखर ही आख्या कर, वागरू वागरू करी जाया कर। होएगा खसम तां लेगा राज। इहदा अर्थ है जे मालक ने मैनू बचाना होया तो आपे बचा लेगा, जे उन्हें बचाना होया तो कोई मार भी नहीं सकता, ते जे उन्हें मारना होया ना फिर कोई बचा भी नहीं सकता। गुरु अर्जन साहब ने एक हिरनी की कथा लिखी है गुरु ग्रंथ साहब। मेरे को 2 मिनट बचे ने, मैं वो बेनती करके समाप्ति करांगा। पेशेवर शिकारी जंगली जानवर मारने, उन्हों के सिंग बेचने, उन्हों की खल बेचनी, उन्हों का गोश्त बेचना। पेशेवर शिकारी घरों निकलिया, मोढे ते जाल रखिया होया है, एक मोढे ते तीर कमान टंगिया होया है,
पूरा सरंजाम करके मौत दा तुर पिया। गर्मियां दे दिन शिखर दोपहर दरख्तां दी झिड़ी दे थल्ले संघनी थावें हिरनी सुती पई। बचन गुरु ग्रंथ साहब दे। कूक सुती पई। बड़ा खुश आखन लगा अज ते कोई खेचल भी नहीं करनी ते शिकार भी काबू आ गया। सिंग भी वेचांगा, स्किन भी वेचांगा, ते जे दी नाभि चों कस्तूरी निकल आई ते वो ते फिर दुबारे न्यारे। फिर इंसानियत ने अंदरों आवाज मारी भी तू पेशेवर शिकारी है, सुती पई हरनी नूं मारेगा। ये तो इंसानियत नहीं, इनू मार, पर इनू जाग के दौड़न का मौका भी तो देना है ना, ये अपना आर पार कर ले जिहड़ा हुंदा। फिर शैतान ने अंदरों आवाज मारी भी जे जाग गई तो फिर इन्हें तेरे काबू नहीं आना, जागण तो बाद ही मारांगा, पर जागण तो पहला पहला मौत का पक्का इंतजाम तो कर दिया। मोढे तो जाल ला के ना, जाल जिवें मेरे सामने दो पिलर ने, एक उधरले रुख नाल घुट के बन दिता जाल, एक पासों दूजे नाल बन दिता, एक दिशा एक साइड पूरी जाल नाल कवर कर ली। जे इधर भजेगी तो जाल विच फसेगी। जाल दे ठीक सामने वाली दिशा नूं अग ला दी, अग वाले पासे नहीं जाएगी। एक पासे शिकारी कुत्ता खड़ा कर दिता, एक पासे कमान कस के आप खड़ा, चारे दिशा कवर कर ली। चिड़चिड़ की आवाज आई, खड़ाक होया, हिरनी जागी, अखां खोल के वेखियां, एक पासे अग लगी है, दूजे पासे जाल बजा है, एक पासे कुत्ता खड़ा है, एक पासे शिकारी कस के तीर खड़ा है। चार शफेरे वेख के नैन प्रैन काम करना बंद कर गया। आखन लगे नहीं, अपनी बुद्धि ते अपने बल नाल हुण मैं बच नहीं सकता। फूक निकली भी या खुदा हुण तू चाहे ते मैनू बचा सकदा। हेठों एक सप निकलिया, शिकारी दे कोल आया, उन्हें फन चुक के ना, फन कस के जदों डंग मारिया ते अब्बड़ वाए जिहड़ा तीर सी ना कमान दे विचों छुटिया, हिरनी नूं वजन दी थां जाके कुत्ते नूं वज गया। कुत्ता थां मरिया। सप जहरीला सी, सप दे डसन नाल हुंदा पता की है, जिहड़ा ब्लड है ना इहदे धब्बे बन जाते हैं। जिहड़ा पॉइजन है कोबरा दा, ये विद इन 30 सैकेंड ਉਹਨੂੰ ਧੱਬੇ बना ਦਿੰਦਾ, ਉਹ जम जाता, हार्ट तक ब्लड नहीं पहुंचता, डेथ हो जाती। मैडिकल साइंस तो यही कहती है। और हवा ने दिशा बदली, अग बलदी 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 जाल वाल चली गई, जाल सड़ गया। अग भी लंघ गई, कुत्ता भी मरिया पिया, शिकारी भी मरिया पिया, ते अर्श चों आवाज आई, अर्श चों भी ऐ हिरनी, पूरब पश्चिम उत्तर दक्षिण चार दिशावां चारे कोने खाली ने, कोई खतरा नहीं, जिधरों जाना चाहे जा सकनी। मृगी पेखंत बदक प्रहारेण लक्ष्य आवद है। हिरनी नूं वेख के बदक ने, शिकारी ने मारन दे सारे आर पार कर ले सन, पर अहो जस्य रखेन गोपालै, आहा जिन्नू रब रखे नानक रोम ना छेदे, ते ओदा कोई रोम भी, ओदा कोई वाल भी विंगा नहीं कर सकता। इस वास्ते कहो कबीर अखर दोए पाख, होएगा खसमता लेगा राख। भाई तू फिकर ना कर, दो अखर आख, वागरू वागरू आख, राम राम जप, ते आख के रब होया ते मैनू जरूर बचाएगा। सो साध संगत ये 33वां शब्द है गौड़ी राग दा, जिसकी आप जी ने विचार सरवण की है। सो विचारां दा समा समाप्त है। इन्नियां ही बेनतियां प्रवान करनियां होइयां। बेअंत भुलां गलतियां वास्ते दास खिमा दा जाचक है। सो साध संगत जिस तरह रोजाना आप जी के चरणों में बेनती करी दी है,